प्यारे विद्यार्थियों सत श्री अकाल सारिਆਂ ਨੂੰ। ਅੱਜ ਆਪਾਂ एक रचना का सवाल मैं ਤੁਹਾਨੂੰ समझावांगा। ये रचना साडे लिए बहुत ही ज़्यादा महत्वपूर्ण है क्योंकि ਇਹਦਾ सैकेंड टर्म ਦੇ ਜਿਹੜੇ पेपर होने ਉਹਦੇ ਵਿੱਚ 4 नंबर ਦਾ सवाल ਆਉਣਾ। ਤਾਂ ਸਾਡੇ ਕੋਲੇ ਅੱਜ ਇੱਕ ਤੁਹਾਡੇ ਸਾਹਮਣੇ ਸਟੇਟਮੈਂਟ ਤੁਹਾਨੂੰ ਨਜ਼ਰ ਆ ਰਹੀ ਹੈ ਪਿਆਰੇ ਵਿਦਿਆਰਥੀਓ। 4.5 ਸਮ 5 सम ਅਤੇ 6 ਸਮ ਭੁਜਾਵਾਂ ਵਾਲੇ ਇੱਕ ਤ੍ਰਿਭੁਜ ਦੀ ਰਚਨਾ ਕਰੋ ਅਤੇ ਫਿਰ ਇੱਕ ਹੋਰ त्रिभुज की रचना करो जिस दियां भुजावां दिते हुए त्रिभुज दियां भुजावां दा 3/4 गुना होवे। तां इह सवाल दे विच जदों भी तुसीं कोई भी रचना का सवाल करनागा तां सब तो पहला असीं कच्चे विच असीं इहदी एक रचना तैयार करांगे। सब तो पहला असीं कच्चा काम करांगे रफ वर्क। तुहाडे सामने मैं रफ वर्क करन लगा। सानूं पता भी साडे कोले त्रिकोण दीयां 3 भुजावां दित्तियां होईयां ने ਤਾਂ ਅਸੀਂ ਸਭ ਤੋਂ ਪਹਿਲਾਂ ਇੱਕ त्रिकोण ਤਿਆਰ ਕਰ ਲਾਂਗੇ ਕਿਉਂਕਿ ਇਹਨਾਂ ਨੇ ਭੁਜਾਵਾਂ ਦੇ ਕੋਈ ਨਾਮ ਨਹੀਂ ਦਿੱਤੇ ਹੈਗੇ। ਅਸੀਂ ਭੁਜਾਵਾਂ ਨੂੰ ਕੋਈ ਵੀ ਨਾਮ ਦੇ ਸਕਦੇ ਹਾਂ ਤੇ ਕਿਸੇ ਵੀ ਭੁਜਾ ਨੂੰ ਅਸੀਂ ਆਧਾਰ ਮੰਨ ਸਕਦੇ ਹਾਂ। ਇੱਥੇ ਅਸੀਂ 6 ਸਮ ਭੁਜਾ ਨੂੰ ਆਧਾਰ ਮੰਨ ਲੈਂਦੇ ਹਾਂ। ਮੈਂ ਇੱਕ ਕੱਚਾ ਪਹਿਲਾਂ ਰਚਨਾ ਤਿਆਰ ਕਰਦਾਗਾ। ਸਭ ਤੋਂ ਪਹਿਲਾਂ ਅਸੀਂ 6 ਸਮ ਰੇਖਾਖੰਡ ਖਿੱਚਾਂਗੇ। 6 ਸਮ ਰੇਖਾਖੰਡ ਖਿੱਚ ਕੇ ਫਿਰ 4.5 ਸਮ ਇੱਥੇ ਪ੍ਰਕਾਰ ਰੱਖਾਂਗੇ ਤੇ ਚਾਪ ਲਾਵਾਂਗੇ। 4.5 ਸਮ ਪ੍ਰਕਾਰ ਖੋਲ ਕੇ ਅਤੇ ਫਿਰ 5 ਸਮ ਪ੍ਰਕਾਰ ਖੋਲ ਕੇ 20 ਬਿੰਦੂ ਦੇ ਉੱਤੇ ਸੂਈ ਰੱਖ ਕੇ ਪ੍ਰਕਾਰ ਦੀ ਚਾਪ ਲਾਵਾਂਗੇ। ਤੇ ਜਦੋਂ ਅਸੀਂ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਵਾਂਗੇ ਤਾਂ ਸਾਡੇ ਕੋਲੇ ਇੱਕ त्रिकोण ਤਿਆਰ ਹੋ ਜਾਵੇਗੀ ਜਿਹੜੀ ਕਿ ਸਾਨੂੰ ਭੁਜਾਵਾਂ ਦਿੱਤੀਆਂ ਹੋਈਆਂ ਸੀਗੀਆਂ। ਉਹਨਾਂ ਭੁਜਾਵਾਂ ਦੀ ਮਦਦ ਨਾਲ ਸਭ ਤੋਂ ਪਹਿਲਾਂ ਅਸੀਂ त्रिकोण ਤਿਆਰ ਕਰਾਂਗੇ। ਦੁਬਾਰਾ ਨਿਯਮ ਦੱਸਦਾ। ए भी असी 6 सम खिंच लिया। फिर असी 4.5 सम की चाप लाई। ए नूं केंद्र मान के बी नूं केंद्र मान के 5 सम प्रकार असी खोल के चाप लाई। जिथे कट गया उसनूं असी सी नाम दिता ते आपस विच AC अते BC नूं मिला दिता अते एक असी त्रिभुज तैयार कर लई। ये साडा कच्चा काम आ। शुरू च असी देखना भी जिहड़ी साडी रचना तैयार किवें होनी है क्योंकि इहदे नाल सानूं सौखे हो जाएगी कि सानूं पहलां ही पता चल जाएगा कि असी रचना किस तरह तैयार करनी है। ਤਾਂ ਅਸੀਂ ਹੁਣ ਬਿਲਕੁਲ ਮਿਹਨਤੀ ਦੇ ਆਧਾਰ ਤੇ ਜਿਸ ਤਰ੍ਹਾਂ ਸਾਨੂੰ ਮਿਹਨਤੀ ਦਿੱਤੀ ਆ ਉਸ ਤਰ੍ਹਾਂ ਮੈਂ ਰਚਨਾ ਸ਼ੁਰੂ ਕਰਦਾ। ਸਭ ਤੋਂ ਪਹਿਲਾਂ ਅਸੀਂ त्रिकोण ਤਿਆਰ ਕਰਾਂਗੇ। ਅਸੀਂ ਕੱਚੇ ਦੇ ਵਿੱਚ 6 ਸਮ ਤਾਂ ਤੁਸੀਂ ਸਕੇਲ ਦੀ ਮਦਦ ਨਾਲ 6 ਸਮ ਰੇਖਾਖੰਡ मैं एक पैमाना ले लिया इत्थे। ये मैं एक पैमाना लिया होएगा 6 सम किया उन्होंने। सब तो पहला असीं 6 सम AB रेखाखंड खिंच लिया। उस तो बाद तुसीं अपनी प्रकार लेनी हैगी। मेरे को प्रकार हैगी है बड़ी ज्योमेट्री बॉक्स समझाने वास्ते क्योंकि मैं एक बखरा यूनिट लियागा। इस तो बाद असीं 4.5 सम AC 4.5 सम मैं इत्थे गिनती करांगा। 4.5 सम इस तरह प्रकार खोलांगे। ए नूं केंद्र मनांगे अते चाप ला देंगे। आराम नाल चाप ला देनी आ। ये हिलनी नहीं चाहिए। तुहाडी प्रकार इस तरह कसी होनी चाहिए भी वो बारी बारी ना हिले। जदों तुसीं उहनूं हिलाओगे उदों ही हिले। असीं चाप ला दी। मैं थोड़ी चाप नूं गायब कर देवांगा। इस तो बाद BC साडे कोले 5 सम आ। हुण मैं 5 सम की गिनती करांगा। 5 सम खोल के B नूं केंद्र मान के 5 सम की चाप ला देंगे। B नूं केंद्र मान के 5 सम की चाप लगा दी। जिथे ये दोनों चापां कट गईयां उस नूं असीं C नाम दे देंगे। C नाम देने तो बाद मैं फिर ये जिहड़ा C बिंदु असीं लियागा A ते C नूं आपस विच असीं स्केल की मदद नाल मिला देंगे। इसी तरह ही B ते C नूं आपस विच मिला देवांगे। तां साडे कोले जिहड़ी लोड़ी दी त्रिभुज सी 4.5 सम ये भुजा साडी
ਤੇ ਇਧਰਲੀ ਭੁਜਾ ਸਾਡੀ ਹੈਗੀ ਆ 5 ਸਮ। ਸਾਨੂੰ ਤਿੰਨ ਭੁਜਾਵਾਂ ਦਿੱਤੀਆਂ ਹੋਈਆਂ ਸੀ, ਸਾਡੀ ਤ੍ਰਿਭੁਜ ਤਿਆਰ ਹੋ ਗਈ। ਉਸ ਤੋਂ ਬਾਅਦ ਸਾਨੂੰ ਸਟੇਟਮੈਂਟ ਵਿੱਚ ਕਿਹਾ ਗਿਆ ਸੀ ਫਿਰ ਇੱਕ ਹੋਰ ਤ੍ਰਿਭੁਜ ਦੀ ਰਚਨਾ ਕਰੋ ਜਿਸ ਦੀਆਂ ਭੁਜਾਵਾਂ ਦਿੱਤੇ ਹੋਏ ਤ੍ਰਿਭੁਜ ਦੀਆਂ ਭੁਜਾਵਾਂ ਦਾ 3/4 ਹੋਵੇ। 3/4 3/4 ਇਹਦਾ ਅਰਥ ਇਹ ਹੋ ਗਿਆ ਚਾਰਾਂ ਵਿੱਚੋਂ 3। ਅਸੀਂ ਇੱਕ ਇਸੇ ਤ੍ਰਿਭੁਜ ਤੋਂ ਇੱਕ ਹੋਰ ਤ੍ਰਿਭੁਜ ਤਿਆਰ ਕਰਨੀ ਆ, ਇੱਕ ਹੋਰ ਸਮਰੂਪ ਤ੍ਰਿਭੁਜ ਜਿਹੜੀ ਕਿ ਇਹਦਾ ਸਮਰੂਪ ਹੋਊਗਾ ਤੇ ਇਹਦੀਆਂ ਭੁਜਾਵਾਂ ਦਾ 3/4 ਗੁਣਾ ਹੋਵੇਗਾ। ਹੁਣ ਤੁਸੀਂ ਧਿਆਨ ਦਿਓ 3/4 ਇਸ ਦਾ ਅਰਥ ਇਹ ਹੈ ਵੀ ਜਿਹੜੀ ਸਾਡੀ ਤ੍ਰਿਭੁਜ ਇੱਕੋ ਤਿਆਰ ਹੋਵੇਗੀ ਉਹ ਤ੍ਰਿਭੁਜ ਦੇ ਸਮਰੂਪ ਹੋਵੇਗੀ ਕਿ ਉਹਦੀਆਂ ਭੁਜਾਵਾਂ ਇਸ ਤ੍ਰਿਭੁਜ ਦੀਆਂ ਭੁਜਾਵਾਂ ਦਾ 3/4 ਹੋਵੇਗਾ। ਯਾਨੀ ਕਿ ਚਾਰਾਂ ਵਿੱਚੋਂ 3 ਹਿੱਸੇ। ਤਾਂ ਉਹਦੇ ਵਾਸਤੇ ਇੱਕ ਮੇਨ ਪ੍ਰੋਸੈਸ ਆ ਉਹ ਅਸੀਂ ਸ਼ੁਰੂ ਕਰ ਦਿਆਂਗੇ। ਅਸੀਂ ਕੀ ਕਰਾਂਗੇ ਜੋ ਸਾਡਾ ਆਧਾਰ AB ਨਜ਼ਰ ਆ ਰਿਹਾ ਹੈਗਾ ਇਹਦੇ ਉੱਤੇ ਅਸੀਂ ਇੱਕ ਨਿਊਨ ਕੋਣ ਬਣਾ ਲਾਂਗੇ। ਉਹ ਨਿਊਨ ਕੋਣ ਤੁਸੀਂ 60 ਡਿਗਰੀ ਦਾ ਬਣਾ ਸਕਦੇ ਹੋ, ਤੁਹਾਡੀ ਮਰਜ਼ੀ ਆ। ਵੈਸੇ ਵੀ ਤੁਸੀਂ ਨਿਊਨ ਕੋਣ ਖਿੱਚ ਸਕਦੇ ਹੋਗੇ। ਅਸੀਂ ਵੈਸੇ ਹੀ ਇੱਕ ਨਿਊਨ ਕੋਣ ਖਿੱਚ ਲੈਂਦੇ ਹੈਗੇ। ਇਹ 6 ਸਮ ਮੈਂ ਇੱਕ ਵਾਰੀ ਖਤਮ ਕਰ ਦੇਣਾ ਤਾਂ ਜੋ ਤੁਹਾਨੂੰ ਸਮਝਣ ਦੇ ਵਿੱਚ ਮੁਸ਼ਕਲ ਨਾ ਆਵੇ। ਅਸੀਂ ਇੱਕ ਨਿਊਨ ਕੋਣ ਖਿੱਚ ਲਿਆ। ਇਹ ਤੁਸੀਂ ਜਿਹੜੀ ਰੇਖਾ ਦੀ ਕਿੱਡੀ ਵੀ ਖਿੱਚ ਸਕਦੇ ਹੋ, ਇਹਨੂੰ ਹੋਰ ਵੱਡੀ ਵੀ ਖਿੱਚ ਸਕਦੇ ਹੋ, ਇਹ ਤੁਹਾਡੀ ਆਪਣੀ ਮਰਜ਼ੀ ਆ। ਇਹਦਾ ਨਾਮ ਤੁਸੀਂ ਕੋਈ ਵੀ ਰੱਖ ਲਓ, ਇਹਦਾ ਨਾਮ 22 ਰੱਖ ਲਿਆ ਸੀ। ਹੁਣ ਸਾਡੇ ਕੋਲ 3/4 ਭਾਗ ਸੀ, ਅਸੀਂ ਇਹਦੇ ਉੱਤੇ ਇੱਕੋ ਜਿਹੇ 4 ਕੱਟ ਲਾਵਾਂਗੇ। ਪ੍ਰਕਾਰ ਲੈ ਲਾਂਗੇ ਅਸੀਂ, ਇਹਨੂੰ ਅਸੀਂ ਹਿਲਾਉਣਾ ਨਹੀਂ, ਬਿਨਾਂ ਹਿਲਾਏ ਇੱਕੋ ਜਿਹੇ 4 ਕੱਟ ਲਾ ਦੇਵਾਂਗੇ ਅਸੀਂ। पहला एक बार जिनी चाप खोली हिलाने नहीं, दूसरा तीसरा ते चौथा। असी 4 भाग इको जे कर ले। मैं फिर दोबारा दस रहा मेरे विद्यार्थियों ए भी जिहड़ा साडा आधार सी इहदे उत्ते असी एक न्यून कोण बना लिया। न्यून कोण किहड़ा बनाया BAY। ਅਸੀਂ ਇੱਕ ਰੇਖਾ ਖਿੱਚ ਲਈ। ਇਸ ਤੋਂ ਬਾਅਦ ਅਸੀਂ 4 ਇੱਕੋ ਜਿਹੇ ਨਿਸ਼ਾਨ ਲਾ ਕੇ ਇੱਕੋ ਜਿਹੀ ਦੂਰੀ ਤੇ ਚਾਪ ਨਾਲ 4 ਕੱਟ ਲਾ ਲਏ। ਇਹਦਾ ਅਸੀਂ ਨਾਮ ਰੱਖ ਲਓ A1 A2 A3 A4। ਉਸ ਤੋਂ ਬਾਅਦ ਅਸੀਂ A4 ਨੂੰ B ਦੇ ਨਾਲ ਮਿਲਾਵਾਂਗੇ ਡਾਟਰ। ਡਾਰਕ ਲਾਈਨ ਖਿੱਚਣੀ ਤੁਸੀਂ, ਡਾਟਰ ਬਿੰਦੂ ਲਾਉਣੇ ਆ ਅਸੀਂ। ध्यान दिओ A4 ਨੂੰ B ਦੇ ਨਾਲ ਮਿਲਾਤਾ। ਹੁਣ ਸਭ ਤੋਂ ਮਹੱਤਵਪੂਰਨ ਗੱਲ ਆ, ਇਸ ਨੂੰ ਤੁਸੀਂ ਬੜੇ ਧਿਆਨ ਨਾਲ ਦੇਖਣਾ। ਹੁਣ ਅਸੀਂ ਕਿਉਂਕਿ 3/4 ਭਾਗ ਕੇ ਉਹਨਾਂ ਨੇ ਤਾਂ ਅਸੀਂ A3 ਦੇ ਉੱਤੇ ਆ ਜਿਹੜਾ ਸਾਡਾ A3 ਬਿੰਦੂ ਆ ਸਾਡੇ 3 ਭਾਗ ਹੋਵੇ 1 2 3। A3 ਦੇ ਉੱਤੇ ਅਸੀਂ ਕੋਣ ਬਣਾਵਾਂਗੇ ਜਿੰਨਾ ਕੋਣ ਸਾਡਾ A4 ਦੇ ਉੱਤੇ ਬਣਿਆ ਹੋਇਆ ਹੈ, ਜਿੰਨਾ ਸਾਡਾ ਕੋਣ ਬਣਿਆ ਹੋਇਆ ਹੈ। ਅਸਲ ਦਾ ਕਾਰਨ ਕੀ ਆ, ਅਸੀਂ BA4 ਦੇ ਸਮਾਨਾਂਤਰ ਇੱਥੇ ਇੱਕ ਰੇਖਾ ਖਿੱਚਾਂਗੇ ਜੋ ਕਿ AB ਨੂੰ ਕੱਟੇ। ਤਾਂ ਅਸੀਂ ਕੀ ਕਰਾਂਗੇ, ਹੁਣ ਅਸੀਂ ਪ੍ਰਕਾਰ ਲੈ ਲਵਾਂਗੇ। ਅਸੀਂ ਇਹ ਕੋਣ ਬਣਾਵਾਂਗੇ ਵੀ ਕੋਣ ਕਿੱਡਾ ਹੈਗਾ, ਉਹਦੇ ਵਾਸਤੇ ਅਸੀਂ ਇੱਕ ਪ੍ਰਕਾਰ ਖੋਲ ਲਈ। ਅਸੀਂ ਚਾਪ ਲਾਵਾਂਗੇ, ਇਹਨੂੰ ਹਿਲਾਉਣਾ ਨਹੀਂ। ਇਸੇ ਚਾਪ ਨੂੰ ਅਸੀਂ A3 ਤੇ ਰੱਖਾਂਗੇ। A3 ਤੇ ਰੱਖ ਕੇ ਚਾਪ ਲਾ ਦੇਵਾਂਗੇ। ਹੁਣ ਅਸੀਂ ਇਹਨੂੰ ਹਿਲਾ ਸਕਦੇ ਹਾਂਗੇ। ਹੁਣ ਅਸੀਂ ਇਹ ਕੋਣ ਦੇਖਾਂਗੇ ਵੀ ਇਹ ਕੋਣ ਕਿੱਡਾ ਹੈਗਾ, ਪ੍ਰਕਾਰ ਦੀ ਮਦਦ ਨਾਲ ਕੋਣ ਮਿਣਾਂਗੇ ਅਸੀਂ ਇਹ ਕੋਣ ਮਿਲ ਲਿਆ। ਹੁਣ ਜਿਹੜਾ ਇਹ ਕੋਣ ਆ ਅਸੀਂ ਜਿੰਨੀ ਇਹ ਚਾਪ ਕੱਢੀ ਹੋਈ ਆ ਜਿਹੜੀ ਚਾਪ ਸੀ ਇਹਨੂੰ ਕੱਟਾਂਗੇ। ਕੱਟ ਲੱਗ ਗਿਆ। ਕੱਟ ਲੱਗਣ ਤੋਂ ਬਾਅਦ A3 ਤੋਂ AB ਤੱਕ ਇਸ ਕੱਟ ਪੇਚ ਦੀ ਅਸੀਂ ਰੇਖਾ ਖਿੱਚਾਂਗੇ। ਤੁਸੀਂ ਦੇਖੋ ਵੀ ਜਿਹੜਾ ਇਹ ਰੇਖਾਖੰਡ ਆ ਉਹ ਇਸ ਰੇਖਾਖੰਡ ਦੇ ਬਿਲਕੁਲ ਸਮਾਨਾਂਤਰ ਆ। ਇਹਨੂੰ ਅਸੀਂ ਨਾਮ ਦੇ ਦੇਵਾਂਗੇ
ਇਹਨੂੰ ਅਸੀਂ ਕਹਿ ਦਿਆਂਗੇ b ਡੈਸ਼। ਆ ਜਿਹੜਾ ਬਿੰਦੂ b ਡੈਸ਼ ਆ ਗਿਆ, ਜਾਨੀ ਕਿ ਜਿਹੜੀ ਅਸੀਂ ਤ੍ਰਿਭੁਜ ਦੀ ਰਚਨਾ ਕਰਨੀ ਸੀ ਉਸ ਤ੍ਰਿਭੁਜ ਦਾ ਅਸੀਂ ਇੱਕ ਰੇਖਾ ਜਿਹੜੀ ਪਤਾ ਕਰ ਲਈ ਵੀ ਉਹਦੀ ਲੰਬਾਈ ਇੰਨੀ ਹੋਵੇਗੀ। ਇਹ ਸਾਰੀ ਲੰਬਾਈ ਦਾ 3/4 ਭਾਗ ਹੈ, ਸਾਰੀ ਲੰਬਾਈ ਦਾ 3/4 ਭਾਗ ਹੈ। ਇਸੇ ਤਰ੍ਹਾਂ ਹੀ ਅਸੀਂ ਹੁਣ ਇਹਦੀ ਜਿਹੜੀ ਦੂਸਰੀ ਭੁਜਾ ਲੱਭਣ ਲਈ ਜਿੰਨਾ ਕੋਣ b ਤੇ ਬਣਿਆ ਹੋਇਆ ਹੈ ਉਨਾ ਹੀ b ਡੈਸ਼ ਤੇ ਬਣਾਵਾਂਗੇ, ਬਿਲਕੁਲ ਸੇਮ ਉਸੇ ਤਰੀਕੇ ਨਾਲ। ਹੁਣ ਅਸੀਂ ਫੇਰ ਪ੍ਰਕਾਰ ਲੈ ਲਈ, ਅਸੀਂ ਕਿੰਨੀ ਵੀ ਚਾਪ ਖੋਲ ਸਕਦੇ ਹਾਂਗੇ। b ਦੇ ਉੱਤੇ ਅਸੀਂ ਪ੍ਰਕਾਰ ਰੱਖੀ, ਚਾਪ ਲਾ ਲਈ, ਅਸੀਂ ਇਹਨੂੰ ਹਿਲਾਉਣਾ ਨਹੀਂ। ਇਸ ਤੋਂ ਬਾਅਦ ਹੁਣ ਅਸੀਂ b ਡੈਸ਼ ਜਿਹੜਾ ਸਾਡਾ ਬਿੰਦੂ ਫਾਈਂਡ ਕੀਤਾ ਸੀ ਉਹਦੇ ਉੱਤੇ ਅਸੀਂ ਸੂਈ ਰੱਖਾਂਗੇ ਪ੍ਰਕਾਰ ਦੀ ਤੇ ਚਾਪ ਲਾਵਾਂਗੇ। ਚਾਪ ਲੱਗ ਗਈ। ਹੁਣ ਅਸੀਂ ਕੋਣ ਦੇਖਾਂਗੇ ਕਿ ਇਹ ਕੋਣ ਕਿੰਨਾ ਸੀ। ਪ੍ਰਕਾਰ ਦੀ ਮਦਦ ਨਾਲ ਅਸੀਂ ਕੋਣ ਮਿਣਾਂਗੇ, ਕੋਣ ਮਿਲ ਲਿਆ ਸੀ। ਇਹ ਹੁਣ ਅਸੀਂ ਜਿਹੜੀ ਚਾਪ ਲਾਈ ਸੀ ਉਹਨਾਂ ਹੀ ਕੋਣ ਅਸੀਂ ਇਹਦੇ ਉੱਤੇ ਬਣਾਵਾਂਗੇ। ਆ ਸਾਡਾ ਚਾਪ ਦੇ ਉੱਤੇ ਕੱਟ ਲੱਗ ਗਿਆ। ਹੁਣ ਅਸੀਂ b ਡੈਸ਼ ਤੋਂ ਇਸ ਕੱਟ ਵਿੱਚ ਦੀ ਰੇਖਾ ਖਿੱਚਾਂਗੇ। ਆ ਰੇਖਾ ਨਜ਼ਰ ਆ ਰਹੀ ਆ, ਇਹਦਾ ਨਾਮ ਅਸੀਂ c ਡੈਸ਼ ਰੱਖ ਦੇਵਾਂਗੇ। ਤਾਂ ਸਾਡੇ ਕੋਲੇ ਆ ਜਿਹੜੀ c ਡੈਸ਼ b ਡੈਸ਼ ਆ ਇਹ ਸਾਡੀ ਲੋੜੀਂਦੀ ਤਿਕੋਣ ਦੀ ਦੂਸਰੀ ਭੁਜਾ ਹੋਗੀ ਅਤੇ ਜਿੱਥੇ ਇਹ ਕੱਟ ਲੱਗ ਗਿਆ ac ਡੈਸ਼ ਇਹ ਸਾਡੀ ਜਿਹੜੀ ਲੋੜੀਂਦੀ ਤਿਕੋਣ ਸੀ ਉਹਦੀ ਤੀਸਰੀ ਭੁਜਾ ਹੋਗੀ। ਤਾਂ ਅਸੀਂ ਦੇਖ ਰਹੇ ਹਾਂ ਵੀ ਸਾਡੇ ਕੋਲੇ c ਡੈਸ਼ a b ਡੈਸ਼ ਇਹ ਇੱਕ ਤਿਕੋਣ ਸਾਨੂੰ ਪ੍ਰਾਪਤ ਹੋ ਗਈ। ਜਿਵੇਂ ਕਿ ਸਾਡੀ ਸਟੇਟਮੈਂਟ ਦੇ ਵਿੱਚ ਲਿਖਿਆ ਹੋਇਆ ਸੀ ਵੀ ਜਿਹੜੀ ਦਿੱਤੀ ਹੋਈ ਤਿਕੋਣ ABC ਸੀ ਉਹਦੇ 3/4 ਭਾਗ ਦੀ ਇੱਕ ਹੋਰ ਤਿਕੋਣ AB ਡੈਸ਼ C ਡੈਸ਼ ਸਾਨੂੰ ਪ੍ਰਾਪਤ ਹੋ ਗਈ। ਤਾਂ ਇਹ ਜਿਹੜੀਆਂ ਤਿਕੋਣਾਂ ਨੇ ABC ਤਿਕੋਣ ABC ਸਮਰੂਪ ਤਿਕੋਣ AB ਡੈਸ਼ C ਡੈਸ਼ ਸਾਨੂੰ ਪ੍ਰਾਪਤ ਹੋ ਗਈ ਹੈ। ਤਾਂ ਪਿਆਰੇ ਵਿਦਿਆਰਥੀਓ ਇਹ ਸਾਡੀ ਜਿਹੜੀ ਰਚਨਾ ਸੰਪੰਨ ਹੋ ਗਈ ਹੈ, ਕੰਸਟਰਕਸ਼ਨ ਅਸੀਂ ਬਣਾ ਦਿੱਤੀ ਹੈ। ਹੁਣ ਤੁਸੀਂ ਇਹਦੇ ਜਿਹੜੇ ਪਗ ਨੇ ਉਹ ਤੁਸੀਂ ਜਿਸ ਤਰ੍ਹਾਂ ਅਸੀਂ ਇਹ ਬਣਾਈ ਹੈ, ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੁਹਰਾਉਣਾ ਵੀ ਸਭ ਤੋਂ ਪਹਿਲਾਂ ਅਸੀਂ AB ਰੇਖਾਖੰਡ ਖਿੱਚਿਆ ਸੀ, ਫਿਰ ਅਸੀਂ A ਨੂੰ ਕੇਂਦਰ ਮੰਨ ਕੇ 4.5 ਸੈਂਟੀਮੀਟਰ ਦੀ ਚਾਪ ਲਾਈ ਸੀ, B ਨੂੰ ਕੇਂਦਰ ਮੰਨ ਕੇ 5 ਸੈਂਟੀਮੀਟਰ ਦੀ ਚਾਪ ਲਾਈ ਸੀ, ਬਿੰਦੂ C ਪ੍ਰਾਪਤ ਹੋ ਗਿਆ ਸੀ ਤੇ ਸਾਨੂੰ ABC ਤਿਕੋਣ ਪ੍ਰਾਪਤ ਹੋ ਗਈ ਸੀ। ਉਸ ਤੋਂ ਬਾਅਦ ਅਸੀਂ 3/4 ਭਾਗ ਤ੍ਰਿਭੁਜ ਬਣਾਉਣੀ ਸੀ ਤਾਂ ਅਸੀਂ A ਦੇ ਉੱਤੇ BAY ਇੱਕ ਨਿਊਨ ਕੋਣ ਬਣਾਇਆ ਸੀ। ਉਸ ਤੋਂ ਬਾਅਦ ਅਸੀਂ ਪ੍ਰਕਾਰ ਦੀ ਮਦਦ ਨਾਲ ਚਾਰ ਇੱਕੋ ਜਿਹੇ ਦੂਰੀ ਦੇ ਉੱਤੇ ਨਿਸ਼ਾਨ ਲਾਏ ਸੀ A1 A2 A3 A4। A ਕੋਣ ਨੂੰ ਅਸੀਂ B ਨਾਲ ਮਿਲਾਇਆ ਸੀ। ਜਿੰਨਾ ਕੋਣ ਸਾਡਾ A A4 B ਸੀ ਉਹਨਾਂ ਕੋਣ ਹੀ ਅਸੀਂ A A3 B ਡੈਸ਼ ਬਣਾਇਆ ਸੀ। ਉਸ ਤੋਂ ਬਾਅਦ ਅਸੀਂ ਇਹ B ਡੈਸ਼ ਸਾਨੂੰ ਬਿੰਦੂ ਪ੍ਰਾਪਤ ਹੋ ਗਿਆ ਸੀ। ਉਸ ਤੋਂ ਬਾਅਦ ਬਿਲਕੁਲ ਉਸੇ ਤਰੀਕੇ ਨਾਲ ਹੀ ਅਸੀਂ ਜਿੰਨਾ ਕੋਣ A B C ਬਣਿਆ ਹੋਇਆ ਸੀ ਅਸੀਂ A B ਡੈਸ਼ C ਡੈਸ਼ ਬਣਾਇਆ। ਪ੍ਰੋਸੈਸ ਤੁਸੀਂ ਸਾਰਾ ਦੇਖ ਚੁੱਕੇ ਹੋ ਵੀਡੀਓ ਦੇ ਵਿੱਚ ਤੇ ਸਾਨੂੰ ਜਿਹੜਾ C ਡੈਸ਼ ਬਿੰਦੂ ਪ੍ਰਾਪਤ ਹੋ ਗਿਆ ਸੀ। ਇਸ ਤਰ੍ਹਾਂ ਇਹ ਰਚਨਾ ਵੀ ਜਿਹੜੀ ਉਮੀਦ ਕਰਦਾ ਵੀ ਤੁਹਾਨੂੰ ਜੋ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋਗੇ ਤਾਂ ਆਸਾਨੀ ਨਾਲ ਸਮਝ ਜਾਓਗੇ। ਇਹਦੇ ਨਾਲ ਦੇ ਹੋਰ ਵੀ ਸਵਾਲ ਤੁਹਾਡੀ ਪੁਸਤਕ ਦੇ ਵਿੱਚ ਹਨ, ਉਹਨਾਂ ਦੀ ਤੁਸੀਂ ਪ੍ਰੈਕਟਿਸ ਕਰਿਓ। ਤੇ ਇਹ ਜਿਹੜਾ ਬਹੁਤ ਹੀ ਮਹੱਤਵਪੂਰਨ ਕੁਐਸਚਨ ਆ ਪ੍ਰੀਖਿਆ ਦੇ ਅਸੀਂ ਪ੍ਰੀਖਿਆ ਨੂੰ ਦੇਖੀਏ, ਕਿਉਂਕਿ ਇਸ ਤਰ੍ਹਾਂ ਦਾ ਸਵਾਲ ਪ੍ਰੀਖਿਆ ਦੇ ਵਿੱਚ ਲਾਜ਼ਮੀ ਹੁੰਦਾ ਤੇ ਤੁਸੀਂ ਆਪਦੇ 4 ਨੰਬਰ ਪਕਾ ਸਕਦੇ ਹੋ। ਪਿਆਰੇ ਵਿਦਿਆਰਥੀਓ ਜਿਹੜੇ ਹੋਰ ਸਵਾਲ ਦਿੱਤੇ ਹੋਏ ਨੇ ਤੁਸੀਂ ਉਹਨਾਂ ਦੀ ਪ੍ਰੈਕਟਿਸ ਕਰਿਓ। ਜੇਕਰ ਕੋਈ ਤੁਹਾਨੂੰ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਮੈਨੂੰ ਫੀਡਬੈਕ ਦੇ ਸਕਦੇ ਹੋ, ਪੁੱਛ ਸਕਦੇ ਹੋ ਇਹਦੇ ਵਿੱਚ ਕੋਈ ਵੀ ਜੇ ਤੁਹਾਨੂੰ ਸਮੱਸਿਆ ਲੱਗਦੀ ਹੈ। ਤੇ ਤੁਸੀਂ ਆਪਦਾ ਘਰੇ ਬੈਠ ਕੇ ਪੜ੍ਹਾਈ ਜਿਹੜੀ ਜਾਰੀ ਰੱਖਣੀ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ